ਅੱਛਾ ਦੱਸੋ ਜ਼ਰਾ ਪਛਾਣ ਮੱਝਾਂ ਦੀ ਕਿਹੋ ਜੀ ਮੱਝ ਹੋਣੀ ਚਾਹੀਦੀ? ਮੱਝ ਦੇ ਸਿੰਘ ਕੁੰਡੇ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਜਿਹੜੇ, ਠੀਕ ਹੈ, ਫੱਟੀਦਾਰ ਹੋਣੇ ਚਾਹੀਦੇ ਨੇ, ਚੌੜੇ, ਠੀਕ ਹੈ। ਉਸ ਤੋਂ ਬਾਅਦ ਧੁੰਨੀ ਉਹਦੀ ਛੋਟੀ ਹੋਣੀ ਚਾਹੀਦੀ। ਅਗਲੀ ਕਰੋਲੀ ਜਿਹੜੀ ਉਹਦੀ ਅਗਲੀਆਂ ਲੱਤਾਂ ਦੇ ਵਿਚਕਾਰ ਜਿਹੜੀ ਕਰੋਲੀ, ਉਹਨੂੰ ਅਸੀਂ ਕਰੋਲੀ ਕਹਿੰਦੇ ਆ, ਠੀਕ ਹੈ, ਉਹ ਵੀ ਛੋਟੀ ਹੋਣੀ ਚਾਹੀਦੀ ਹੈ, ਠੀਕ ਹੈ। ਤੇ ਚੱਡਾ ਲੰਬਾ ਹੋਣਾ ਚਾਹੀਦਾ ਅੱਗੇ ਪਿੱਛੇ, ਤੇ ਟੈਟ ਹੋਣਾ ਚਾਹੀਦਾ, ਢਿੱਲਾ ਨਹੀਂ ਹੋਣਾ ਚਾਹੀਦਾ ਚੱਡਾ, ਖਿਲੜਿਆ ਨਾ ਹੋਏ, ਠੀਕ ਹੈ। ਉਹ ਚ ਟੈਟ ਹੋਏ ਤੇ ਬਸ ਇਹੋ ਹੀ ਨਿਸ਼ਾਨਦੇਹੀਆਂ ਹੁੰਦੀਆਂ ਨੇ। ਥਣ ਕਿਹੋ ਜਿਹਾ? ਥਣ ਮੁੱਠੀ ਹੋਣੀ ਚਾਹੀਦੇ ਨੇ। ਉਹਨਾਂ ਦੀ ਲੰਬਾਈ? ਉਹਨਾਂ ਦੀ ਲੰਬਾਈ ਤਕਰੀਬਨ ਮੁੱਠੀ ਦਾ ਮਤਲਬ ਕਿ ਹੱਥ ਵਿੱਚ ਤੁਹਾਡੇ ਆਏ ਪੂਰਾ। ਤੇ ਦੋਵਾਂ ਥਣਾਂ ਦੇ ਦਰਮਿਆਨ ਫਰਕ ਕਿੰਨਾ ਹੈ? ਤਕਰੀਬਨ ਚੱਪੇ ਦਾ ਤਾਂ ਲਾਜ਼ਮੀ ਹੋਏ ਨਾ, 1.5 ਚੱਪੇ ਦਾ। ਸਹੀ ਹੈ। ਤੇ ਉਹਨਾਂ ਨੂੰ ਅਸੀਂ ਵਿੱਥੀਆਂ ਦੇ ਥਣ ਕਹਿੰਦੇ ਆ। ਥਣਾਂ ਦਾ ਸਾਰਿਆਂ ਦਾ ਸਾਈਜ਼ ਇੱਕੋ ਜਿਹਾ ਹੋਏ? ਨਹੀਂ, ਅਗਲੇ ਛੋਟੇ ਹੋਣ, ਪਿਛਲੇ ਥੋੜੇ ਜਿਹੇ ਲੰਬੇ ਹੋਣ, ਪਿਛਲੇ ਵੱਡੇ ਹੋਣ। ਤੇ ਦੁਮ ਕਿਹੋ ਜਿਹੀ ਹੋਣੀ ਚਾਹੀਦੀ ਹੈ? ਪੁੱਛਲ ਦੁਮ ਹੋਣੀ ਚਾਹੀਦੀ ਤਕਰੀਬਨ ਉਹਦੇ ਗਿੱਟਿਆਂ ਦੇ ਤੱਕ, ਗਿੱਟੇ ਤੱਕ। ਤੇ ਤਕਰੀਬਨ ਕੋਈ 3 ਗਿੱਠਾਂ ਚਿੱਟੀ ਹੋਣੀ ਚਾਹੀਦੀ ਹੈ, ਅੱਗੋਂ ਕਾਲੀ ਹੋਣੀ ਚਾਹੀਦੀ। ਚਮੜੀ ਕਿਹੋ ਜਿਹੀ ਹੋਏ? ਚਮੜੀ ਬਰੀਕ ਹੋਏ, ਪਤਲੀ ਪਤਲੀ, ਸਿਆਹ ਕਾਲੀ ਹੋਏ? ਸਿਆਹ ਕਾਲੀ। ਅੱਖ ਕਿਹੋ ਜਿਹੀ ਹੋਏ? ਅੱਖ ਤੇ ਸੋਹਣੀ ਤੇ ਦੋਵੇਂ ਹੀ ਇੱਕ ਜੈਸੀਆਂ ਹੋਣ, ਬਿੱਲੀ ਹੋਏ ਤਾਂ ਵੀ ਸੋਹਣੀ ਲੱਗਦੀ ਹੈ, ਜੇ ਕਾਲੀਆਂ ਹੋਣ ਤਾਂ ਫਿਰ ਵੀ ਸੋਹਣੀਆਂ ਲੱਗਦੀਆਂ, ਇੱਕ ਜੈਸੀਆਂ ਹੋਣ। ਸਹੀ ਹੋ ਗਿਆ। ਜਿਹੜੀ ਉੱਤੇ ਦੋਵਾਂ ਹੱਡੀ ਹੁੰਦੀ ਹੈ, ਇੱਕ ਨੁਕਹਾਨ ਜੀ ਨਿਕਲੀ ਹੁੰਦੀ ਹੈ। ਹਾਂਜੀ, ਇੱਕ ਹੱਡੀ ਵਾਲੀ ਚੰਗੀ ਹੋਏਗੀ, ਇੱਕ ਹੱਡੀ ਵਾਲੀ ਮੱਝ ਚੰਗੀ ਹੋਏਗੀ। ਸਹੀ ਹੈ। ਉਹ ਕੁਦਰਤ ਸਾਡਾ ਇਹ ਵੇ, ਲੇਕਿਨ ਕੁਦਰਤ ਜਿਹਨੂੰ ਇੱਜ਼ਤ ਦੇ ਦੇ, ਜਿਹਨੂੰ ਭਾਗ ਲਾ ਦੇਵੇ। ਸਹੀ ਹੈ। ਇਸ ਤੋਂ ਇਲਾਵਾ ਵੀ ਕੋਈ ਗੱਲ ਤੁਹਾਡੇ ਜ਼ਿਹਨ 'ਚ ਹੋਏ? ਅਸੀਂ ਤੇ ਇਹੀ ਨਿਸ਼ਾਨੀਆਂ ਦੇਖ ਕੇ ਲੈਂਦੇ ਆ, ਅੱਗੂ ਅੱਲਾ ਦੀ ਮਰਜ਼ੀ ਹੈ। ਚੰਗੀਆਂ ਭੈੜੀਆਂ ਵੀ ਨਿਕਲ ਆਉਂਦੀਆਂ ਨੇ, ਭੈੜੀਆਂ ਚੰਗੀਆਂ ਵੀ ਨਿਕਲ ਆਉਂਦੀਆਂ ਨੇ। ਸਹੀ ਹੈ। ਤੇ ਇਹ ਜਿਹੜੀ ਪਛਾਣ ਦੱਸੀ ਦੇ, ਇਹ ਅਕਸਰ ਪਛਾਣ ਕਿਹੜੇ ਸ਼ਹਿਰ ਦੀ ਨਸਲ 'ਚ ਮਿਲ ਜਾਂਦੀ ਹੈ? ਜ਼ਿਆਦਾਤਰ ਨਾ ਅਸੀਂ ਬਾਹਰ ਦੀ ਮੱਝ ਚੰਗੀ ਸਮਝਦੇ ਹਾਂ। ਸਹੀ ਹੈ। ਬਾਹਰ ਦਾ ਮਤਲਬ ਹੈ ਕਿ ਤੁਸੀਂ ਹਵੇਲੀ ਲਖਿਆਲ ਜਾਓ, ਲੋਚਾਂ ਚੱਕਾਂ 'ਚ ਫਿਰੋ ਜਾ ਕੇ, ਇਹ ਜਿਹੜੇ ਸਾਈਵਾਲ ਦੇ ਚੱਕ ਨੇ, ਠੀਕ ਹੈ, ਉਧਰ ਨਸਲਾਂ ਜ਼ਿਆਦਾ ਨੇ। ਇਹ ਜਿਹੜੀ ਪਛਾਣ ਦੱਸੀ ਦੇ, ਇਹ ਮੱਝ ਮੈਕਸਿਮਮ ਕਿੰਨਾ ਕੁ ਦੁੱਧ ਦਿਹਾੜੇ ਕਰੇਗੀ ਚੰਗੀ ਅਗਰ ਸਾਂਭੀ ਹੋਏ? ਦੁੱਧ ਦਾ ਗਾਰੰਟੀ ਪੂਰੀ ਨਹੀਂ ਹੁੰਦੀ। ਅੱਛਾ, ਠੀਕ ਹੈ। ਘੱਟ ਤੋਂ ਘੱਟ, ਵੱਧ ਤੋਂ ਵੱਧ ਦੁੱਧ ਦੇ ਜਿਹਨੂੰ ਅਸੀਂ ਕਹੀਏ ਕਿ ਆ ਵੱਡੇ ਸਿੰਘ ਵਾਲੀ ਹੈ ਜੀ, 12 ਸਿੰਘੀ ਹੈ, ਦੁੱਧ ਤੇ ਅੱਲਾ ਉਹਨੂੰ ਇੱਜ਼ਤ ਦੇਣ ਲੱਗੇ ਤੇ ਉਹਨੂੰ ਉਹ ਬਹੁਤਾ ਕਰੇਗੀ, ਸੋਹਣੀ ਸਿੰਘੀ ਵਾਲੀ ਨਾਲੋਂ। ਸਹੀ ਹੈ। ਅੱਛਾ, ਜਿਹੜਾ ਸਿੰਘ ਗੋਲ ਹੈ ਤੁਸੀਂ ਉਹਨੂੰ ਸੋਹਣਾ ਸਿੰਘ ਕਹਿੰਦੇ ਹੋ? ਹਾਂ, ਸੋਹਣਾ ਸਿੰਘ। ਜਿਹੜਾ ਲੰਮਾ ਹੋਏ ਜਾਂ ਖਿਲਰਿਆ ਹੋਏ ਉਹਨੂੰ ਤੁਹਾਡੀ ਨਜ਼ਰ ਉਹਨੂੰ ਸਾਦਾ ਕਹਿੰਦੇ ਆ, ਸਾਦੇ ਸਿੰਘ। ਸਹੀ ਹੋ ਗਿਆ। ਅਗਰ ਕਿਸੇ ਨੇ ਮੱਝ ਲੈਣੀ ਹੈ ਤੁਹਾਡੇ ਨਾਲ ਰਾਬਤਾ ਕਰ ਸਕਦਾ? ਸੋ ਬਿਸਮਿਲ੍ਲਾ ਕਰੇਗਾ। ਕੋਈ ਨੰਬਰ ਜੀ? ਨੰਬਰ ਸਾਡਾ ਮੇਰਾ 0321 ਜੀ 6155270। ਅੱਛਾ, ਮੱਝ ਜਿਹੜੀ ਉਹ ਕਿਹੜੇ ਸੂਏ ਲੈਣੀ ਚਾਹੀਦੀ ਹੈ? ਪਹਿਲਨ। ਲੋਕ ਕਹਿੰਦੇ ਨੇ ਕਿ ਪਹਿਲਨ ਸੂਏ ਨਹੀਂ ਲੈਣੀ ਚਾਹੀਦੀ। ਨਹੀਂ, ਅਸੀਂ ਤੇ ਪਹਿਲਨ ਨੂੰ ਤਰਜੀਹ ਦਿੰਦੇ ਆ, ਕਿਉਂਕਿ ਜੋ ਜਵਾਨ ਜ਼ੋਰ ਲਾ ਸਕਦਾ ਉਹ ਬੁੱਢੇ ਵੇਲੇ ਨਹੀਂ ਲਾ ਸਕਦਾ ਕੋਈ। ਇਹ ਮੱਝ ਦੇ ਬਾਰੇ ਕੋਈ ਦੱਸ ਰਹੇ ਹੋ ਤੁਸੀਂ? ਇਹ ਕਿੰਨਾ ਕਿਲੋ ਦੁੱਧ ਦੇ ਚੁੱਕੀ ਹੁਣ ਤੱਕ? ਇਹ ਮਾਸ਼ਾਅੱਲਾ ਅੱਜ ਕੱਲ੍ਹ ਇਹਦੇ ਕੋਲ 18-20 ਕਿਲੋ ਦੁੱਧ ਹੈ। ਇਹ ਮਾਸ਼ਾਅੱਲਾ ਜੀ। ਔਰ ਇਹ ਆਮ ਨਸਲ ਹੈ? ਆਮ ਨਸਲ ਹੈ। ਯਾਨੀ ਤੁਹਾਡੇ ਲਈ ਗੱਲ ਕਿ ਜਿਹਨੂੰ ਰੱਬ ਇੱਜ਼ਤ ਦੇ। ਜੀ ਬਿਲਕੁਲ ਸਹੀ ਹੈ। ਅੱਛਾ ਭਾਈ ਜਨਾ, ਕੀ ਹੈ ਤੁਹਾਡੇ ਹੱਥ 'ਚ? ਇਹ ਜੇ ਮਸਰਾਂ ਦੀ ਸੂੜੀ। ਅੱਛਾ, ਮਸਰਾਂ ਦੀ ਇਹਨੂੰ ਸੂੜੀ ਆਂਦੇ ਨੇ ਜੀ, ਮਸਰਾਂ ਦੀ ਸੂੜੀ ਕਹਿੰਦੇ ਨੇ ਇਹਨੂੰ। ਤੇ ਇਹ ਤੇ ਗੰਦ ਜੀ ਇਹਦੇ ਵਿੱਚ, ਤੇ ਇਹ ਸਾਨੂੰ 1800 ਦੀ 1900 ਦੀ ਲੱਗ ਕੇ ਆਈ ਜੀ। ਸਹੀ ਹੈ। ਮਸਰ ਹੈ ਨੇ ਇਹਦੇ ਵਿੱਚ, ਲੇਕਿਨ ਗੰਦ ਵੀ ਨਾਲ ਜ਼ਿਆਦਾ। ਅੱਛਾ, ਇਹ ਮਸਰਾਂ ਦੀ ਸੂੜੀ ਦਾ ਫਾਇਦਾ ਕੀ ਹੈ ਅਗਰ ਸਹੀ? ਇਹਦਾ ਫਾਇਦਾ ਇਹ ਵੀ ਜੰਗਲ ਨੂੰ ਹੀਟ ਵਿੱਚ ਰੱਖਦੀ ਹੈ। ਅੱਛਾ, ਗਰਮ ਰੱਖਦੀ ਹੈ। ਸਰਦੀਆਂ 'ਚ ਬੜੀ ਅੱਛੀ ਹੁੰਦੀ ਹੈ। ਠੀਕ ਹੋ ਗਿਆ। ਠੀਕ ਹੈ। ਤੇ ਚੰਗੀ ਜਿਹੜੀ ਉਹ ਕਿੱਥੋਂ ਕਿਹੜੇ ਕੰਪਨੀ ਦੀ ਔਰ ਕਿਹੜੇ ਸ਼ਹਿਰ ਦੀ? ਸਰਗੋਧੇ ਦੀ ਸੂੜੀ ਚੰਗੀ ਹੁੰਦੀ ਹੈ। ਸਹੀ ਹੈ। ਯਾਨੀ ਉਹ ਪੂਰਾ ਫਾਇਦਾ ਦਿੰਦੀ ਹੈ? ਉਹਦਾ ਪੂਰਾ ਫਾਇਦਾ ਦਿੰਦੀ ਹੈ। ਦੁੱਧ ਵੀ ਕੋ ਵੱਧਦਾ ਇਹਦੇ ਨਾਲ? ਦੁੱਧ ਵੀ ਵੱਧਦੀ ਹੈ ਮੱਝ। ਜ਼ਾਹਿਰ ਜਦੋਂ ਗਰਮ ਰਹੇਗਾ ਜਿਸਮ ਵੀ ਇਹਦਾ ਹੀਟ ਵਿੱਚ ਰਹਿੰਦਾ, ਡੰਗਰ ਤੰਦਰੁਸਤ ਰਹਿੰਦਾ ਮਾਸ਼ਾਅੱਲਾ। ਸਹੀ ਹੋ ਗਿਆ। ਅੱਛਾ, ਹੁਣ ਤੁਸੀਂ ਦੱਸ ਰਹੇ ਸੋ ਕਿ ਤੁਹਾਨੂੰ ਇੱਕ ਬੜਾ ਵੱਡਾ ਮਸਲਾ ਪੇਸ਼ ਆ ਰਿਹਾ ਹੈ ਰੇਟਸ ਦੇ ਹਵਾਲੇ ਨਾਲ। ਹਾਂਜੀ। ਉਹਦਾ ਕੰਪੇਅਰ ਕਰਿਓ ਕਿ ਅੱਜ ਤੋਂ 2-4 ਮਹੀਨੇ ਪਹਿਲੇ ਰੇਟ ਕਿੰਨੇ ਸਨ ਤੇ ਹੁਣ ਰੇਟ ਕੀ ਨੇ। ਬਿਲਕੁਲ। ਯਾਨੀ ਫਾਰਮਰ ਜਿਹੜਾ ਵੀ ਉਹ ਪਰੇਸ਼ਾਨ ਹੈ ਕਿਉਂ? ਅੱਜ ਤੋਂ 2 ਮਹੀਨੇ ਰੇਟ ਸਾਰੇ ਜਿਹੜਾ ਚੋਕਰ ਨਹੀਂ ਜੀ, ਉਹਦਾ ਰੇਟ ਸਾਰੇ ਆਪਣਾ 700 ਤੇ 20 ਰੁਪਏ। ਠੀਕ ਹੈ। ਤੇ ਅੱਜ ਜੇ ਉਹਦਾ 500 ਰੁਪਏ ਵਧੇ, 1200 ਰੁਪਏ ਰੇਟ ਜੇ। ਸਹੀ ਹੈ। ਤੇ ਦੁੱਧ ਦਾ ਰੇਟ ਉਹੀ ਜੇ। ਤੇ ਇਹ ਕੁਝ ਕਹਿੰਦੇ ਵੀ ਕਿ ਤੁਸੀਂ ਕਿ ਉਹਦੀ ਮਿਕਦਾਰ 'ਚ ਵੀ ਕਮੀ ਕਰ ਛੱਡਦੇ ਨੇ? ਯਾਨੀ ਦੱਸਦੇ ਕੁਝ ਨੇ, ਦਿੰਦੇ ਕੁਝ ਨੇ। ਵਜ਼ਨ ਵਿੱਚ ਫਰਕ ਪੈ ਜਾਂਦਾ ਜੇ, ਕੋਈ ਪਤਾ ਨਹੀਂ ਲੱਗਦਾ ਕਿ ਕਿੰਨਾ ਕੱਢ ਦੇਵੇ, ਕੋਈ ਕਿੰਨਾ ਕਰ ਦੇਵੇ। ਯਾਨੀ ਕਿਸਾਨ ਸਾਨੂੰ 34 ਕਿਲੋ ਦਾ ਰੇਟ ਲੱਗਦਾ। ਅੱਛਾ, ਠੀਕ ਹੈ। ਤੇ ਪਹੁੰਚਦਾ 33 ਕਿਲੋ 32 ਕਿਲੋ ਹੀ ਹੈ। ਯਾਨੀ ਕਿਸਾਨ ਭਰਾਵਾਂ ਨੂੰ ਇਹ ਜ਼ਿਹਨ 'ਚ ਰੱਖਣਾ ਚਾਹੀਦਾ ਕਿ ਜਿਹੜੀ ਚੀਜ਼ ਲਿਆਣ ਉਹ ਵੇਖ ਲੈਣ ਕਿ ਉਹਦਾ ਰੇਟ ਕੀ ਹੈ। ਉਹਦਾ ਰੇਟ ਕੀ ਹੈ, ਤੇ ਬਿਲਕੁਲ। ਉਹਦਾ ਜਿਹੜਾ ਵਜ਼ਨ ਕਿੰਨਾ ਹੈ। ਵਜ਼ਨ ਕਿੰਨਾ, ਬਿਲਕੁਲ ਵਜ਼ਨ ਕਰਕੇ ਲਿਆਣ। ਤੇ ਤੁਹਾਡੇ ਤਜਰਬੇ 'ਚ ਗੱਲ ਆ ਚੁੱਕੀ ਹੈ ਕਿ ਵਜ਼ਨ ਘੱਟ ਹੈ, ਰੇਟ ਉਹੀ ਹੈ, ਵਜ਼ਨ ਘੱਟ ਹੈ। ਬਿਲਕੁਲ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਜਿਹੜਾ ਤੁਸੀਂ ਆਰਡਰ ਦਿੰਦੇ ਹੋ ਇੱਕ 3500 ਦਾ ਜਿਹੜਾ ਵੇ 35 ਕਿਲੋ ਵਾਲਾ ਔਰ 40 ਕਿਲੋ ਵਾਲਾ ਜੀ, ਵੰਡੇ ਦਾ ਦੱਸ ਰਹੇ ਸੋ? ਹਾਂਜੀ, ਚੋਕਰ ਦੱਸ ਰਹੇ, ਸੂੜੀ ਦੇ ਦੱਸ ਰਹੇ। ਨਹੀਂ, ਜਿਹੜਾ ਦੱਸ ਰਹੇ ਹੋ ਕਿ ਉਹ ਹਾਂ, ਸੂੜੀ ਇਹੋ ਜਿਹੀ ਮਸਲਾ ਦੀ ਸੂੜੀ ਹੈ, ਚ ਵਜ਼ਨ ਜੇ 2। ਅੱਛਾ। ਇੱਕ 35 ਕਿਲੋ ਦੀ, ਇੱਕ 40 ਕਿਲੋ ਦੀ। ਤੇ ਰੇਟ ਜੇ 18 ਕਿਲੋ ਤੋਲ ਲਵੋ ਤਾਂ 35 ਕਿਲੋ ਕਹਿਣਗੇ, 35 ਕਿਲੋ ਭੇਜੀਏ।
ਜੇ ਨਾ ਤੋਲੋ ਤੇ ਮੰਨਦੀ ਏ। ਅੱਛਾ ਯਾਨੀ ਰੇਟ ਮਣ ਦਾ ਵੀ ਤੇ 35 ਕਿਲੋ ਦਾ ਵੀ ਸੇਮ ਰੱਖਿਆ ਉਹਨਾਂ। ਪੁੱਛੋਗੇ ਤੇ 35 ਕਿਲੋ ਦਾ ਕਹਿਣਗੇ ਜੀ 35 ਕਿਲੋ ਭੇਜੀਏ, ਅੱਛਾ ਠੀਕ ਹੈ। ਤੇ ਨਾ ਪੁੱਛੋਗੇ ਤੇ ਅੱਜ ਤੈਨੂੰ ਮਣ ਭੇਜੀ ਸੀ ਅੱਛਾ ਜੀ, ਤੇ ਰੇਟ 1800 ਲਾ ਦੇਣਾ। ਉਹ ਕੀ ਵਜ੍ਹਾ ਕਿ 35 ਕਿਲੋ ਦਾ ਵੀ ਉਹੀ ਰੇਟ ਤੇ 40 ਕਿਲੋ ਦਾ ਵੀ ਉਹੀ ਰੇਟ? ਬੇਈਮਾਨੀ, ਚੀਟਿੰਗ ਹੈ। ਚੀਟਿੰਗ ਕਰ ਰਹੇ ਨੇ, ਸਹੀ ਬੇਈਮਾਨੀ। ਹੈ। ਤੇ ਇਹਦੇ ਕੋਲੋਂ ਬਚਣ ਵਾਸਤੇ ਕਿਸਾਨ ਭਰਾਵਾਂ ਨੂੰ ਗੌਰ ਕਰਨਾ ਪੈਣਾ। ਖੁਦ ਜਾਣਾ ਚਾਹੀਦਾ, ਜਿਹੜੇ ਘਰ ਬੈਠੇ ਟੈਲੀਫੋਨ ਕਰਕੇ ਮੰਗਾ ਲੈਂਦੇ ਨੇ ਨਾ ਅਖਬਾਰ ਤੇ, ਉਹਨਾਂ ਨੂੰ ਵਿਚਾਰਿਆਂ ਨੂੰ ਲੱਗਦਾ ਆ ਤੋਂ। ਸਹੀ ਹੈ। ਅੱਛਾ ਹੋਰ ਵੀ ਕੋਈ ਵੰਡੇ ਦੇ ਰੇਟ, ਕੋਈ ਚੀਜ਼ਾਂ ਦੇ ਰੇਟ ਵਧੇ ਨੇ? ਹੋਰ ਵੀ ਬਥੇਰੇ ਵੰਡੇ ਨੇ, ਜਿਹੜਾ ਅਸੀਂ ਇਸਤੇਮਾਲ ਕਰਨੇ ਸੀ ਉਹ ਦੱਸਿਆ। ਸਹੀ ਹੈ, ਠੀਕ ਹੋ ਗਿਆ। ਮੁਲਾਜ਼ਮ ਰੱਖ ਦਿਓ, ਠੀਕ ਹੈ। ਤੇ ਸਾਰਾ ਕੰਮ ਤੁਸੀਂ ਮੁਲਾਜ਼ਮ ਤੇ ਸੁੱਟ ਦੇਵੋਗੇ ਤੇ ਮੁਲਾਜ਼ਮ ਨੇ ਮੁਲਾਜ਼ਮਾਂ ਵਾਲਾ ਹੀ ਕੰਮ ਕਰਨਾ ਹੈ, ਠੀਕ ਹੈ। ਤੁਸੀਂ ਜਿੰਨੀ ਤੱਕ ਆਪੀ ਨਾ ਜਾਨਵਰ ਦੇ ਥੱਲੇ ਬਹਿ ਕੇ ਦੁੱਧ ਕੱਢੋਗੇ, ਤੁਹਾਨੂੰ ਪਤਾ ਨਹੀਂ ਹੋਏਗਾ ਸ਼ਾਮੀ ਜਾਨਵਰ ਨੇ ਦੁੱਧ ਥੋੜਾ ਦਿੱਤਾ ਹੈ ਜਾਂ ਬਹੁਤਾ ਦਿੱਤਾ, ਉਹਦੇ ਥਣ ਜਿਹੜੇ ਨੇ ਦੁੱਧ ਨਿਕਾਲਣੇ ਸੁੰਮ ਜਿਹੜੇ ਨੇ ਉਹ ਸਹੀ ਨੇ ਜਾਂ ਨਹੀਂ ਸਹੀ, ਕੋਈ ਰੁਕਾਵਟ ਹੋਈ ਹੈ, ਕਿਸੇ ਨੂੰ ਚੀਜ਼ ਦੇਈਏ, ਕੋਈ ਟੀਕਾ ਲਗਵਾਈਏ, ਠੀਕ ਹੈ। ਤੇ ਉਹ ਇਸ ਵਜ੍ਹਾ ਤੋਂ ਗੁਲਾਮ ਹੁੰਦੇ ਨੇ। ਇਹ ਹੁਣ ਜ਼ਹਿਰ ਚੰਦਰੀਆ ਦੇ ਵਿੱਚ ਜਾਨਵਰਾਂ ਵਿੱਚ ਬਹੁਤ ਜ਼ਿਆਦਾ ਹੈ, ਗਾਈ ਵਿੱਚ ਤਾਂ ਬਹੁਤ ਜ਼ਿਆਦਾ ਨਾ, ਤੇ ਮੱਝਾਂ ਵਿੱਚ ਵੀ ਕਾਫੀ ਹੈ। ਇਹਦੇ ਨਾਲ ਜੋ ਥਣ ਮਰ ਜਾਣਾ, ਮੱਝ ਦੀ ਵੈਲਿਊ ਵੀ ਖਤਮ ਹੋ ਜਾਣੀ ਤੇ ਮੱਝ ਨੇ ਦੁੱਧ ਵੀ ਥੋੜਾ ਦੇਣਾ। ਇਹਦਾ ਕੋਈ ਹੱਲ ਹੈ ਵੇ? ਕੋਈ ਹਥਿਆਤੀ ਤਦਾਬੀਰ? ਨਹੀਂ, ਇਹਦਾ ਕੋਈ ਹੱਲ ਨਹੀਂ, ਇਹਦਾ ਅੱਲਾ ਹੀ ਹੱਲ ਕਰੇ ਕਿ ਕਰਮ ਰੱਖੇ, ਨਹੀਂ। ਆਪਣਾ ਫਜ਼ਲ ਰੱਖੇ। ਜੇ ਧਾਰ ਕੱਢਣ ਲੱਗੀ ਪਤਾ ਲੱਗਣ ਲੱਗ ਪਿਆ ਫਣ ਖਰਾਬ ਹਾਂ ਹੋ ਹਾਂ, ਜਾਂਦਾ, ਫੌਰੀ ਤੌਰ ਤੇ ਕਰੀਏ ਉਸੇ ਵਕਤ ਕੋਈ ਕਰੋ ਤਾਂ ਬਚਤ ਹੋ ਸਕਦੀ ਹੈ। ਅੱਛਾ, ਹਾਂਜੀ, ਉਸੇ ਵਕਤ ਤੁਸੀਂ ਆਪਣਾ ਕਿੰਨਾ ਜੋ ਲਾਮਤਾ ਯਾਨੀ ਤੁਹਾਡੇ ਕੋਲ ਇਹ ਹੋ ਗਿਆ ਕਿ ਦਵਾਈ ਦਾ ਦਵੋ ਤੇ ਅੱਲਾ ਤਾਲਾ ਕਰਮ ਕਰ ਛੱਡਦਾ ਪਤਾ ਕਿ ਹੈ। ਚੱਲਦਾ ਲੇਟ ਹੋ ਜਾਏ ਨਾ, ਲੇਟ ਹੋ ਜਾਏ ਤੇ ਵਿਗੜ ਜਾਏ ਤੇ ਫਿਰ ਨਹੀਂ ਇਲਾਜ ਹੁੰਦਾ। ਪਤਾ ਕਿਵੇਂ ਚੱਲਦਾ ਕਿ ਚੰਦਰੀ ਹੋ ਰਹੀ? ਉਹ ਜਾਨ ਨੂੰ ਜ਼ਰਾ ਸੋ ਜਾਏਗੀ ਤੇ ਜਾਨਵਰ ਦਰਦ ਮਨਾਏਗਾ, ਦਰਦ ਮੰਨੇਗਾ, ਅੱਛਾ ਤੁਹਾਨੂੰ ਪਤਾ ਲੱਗ ਜਾਏਗਾ ਦਰਦ ਕਿਉਂ ਮੰਨਦਾ ਪਿਆ, ਅੱਛਾ, ਠੀਕ ਹੈ। ਤੁਸੀਂ ਉਹ ਵੇਖੋਗੇ ਕਿ ਤੁਹਾਨੂੰ ਸੋ ਜ਼ਿਆਦਾ ਸੋਜਤ ਰੱਖਦਾ ਹੈ ਪਹਿਲੇ ਹੱਥ, ਠੀਕ ਹੈ। ਦਰਦ ਹੋਏਗੀ, ਜਾਨਵਰ ਕੋ ਖਾਣਾ ਪੀਣਾ ਘੱਟ ਕਰ ਦੇਗਾ, ਹਾਂਜੀ, ਠੀਕ ਹੈ। ਉਹ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕੋਈ ਨੁਕਸਾ ਹੈ। ਅਗਰ ਕੋਈ ਬੰਦਾ ਆਪੀ ਕੰਮ ਕਰਦਾ ਹੈ ਤੇ ਜੀ। ਫਿਰ ਉਹਦੀ ਕਾਮਯਾਬੀ ਦੇ ਚਾਂਸ ਇਹਦੇ ਵਿੱਚ ਕਿੰਨੇ ਨੇ ਡੇਰੀ ਫਾਰਮ ਵਿੱਚ? ਤਕਰੀਬਨ 90%। 90%। 90% ਖੁਦ ਕੰਮ ਕਰੋ ਤੇ ਕਾਮਯਾਬੀ ਹੈ, ਬਿਲਕੁਲ। ਕਿਸੇ ਕੋ ਕਰਾਓ ਤੇ ਨਕਾਮ। ਕਿਸੇ ਕੋ ਕਰਾਓਗੇ ਤਾਂ ਕੋਈ 60% ਜਿਹੜਾ ਵਿੱਚ ਨਾਲ ਆਪੀ ਫਿਰਦਾ ਹੈ, 60% ਹੈ ਕਿ ਉਹ ਦੇਖਦਾ ਦੂਦਾ ਵੀ ਹੈ। ਤੇ ਜਿਹੜਾ ਘਰ ਬੈਠਾ ਰਹੇਗਾ, ਮੈਂ ਦੁੱਧ ਦੇ ਟਾਈਮ ਜਾਵਾਂਗਾ ਤੇ ਦੁੱਧ ਘਰ ਲੈ ਆਵਾਂਗਾ, ਹਾਂ ਤੇ ਬਾਕੀ ਮੁਲਾਜ਼ਮ ਦੇਖਦੇ ਹੀ ਪਿਆ ਨਾ। ਹਾਂ, ਤੇ ਉਹ ਖੁਰਾਕ ਜਾਨਵਰ ਨੂੰ ਜਦੋਂ ਵੇਖਣਾ ਨਹੀਂ ਕਿ ਸ਼ਾਮ ਤੱਕ ਪੇਟ ਫੁੱਲ ਹੋਇਆ ਇਹਦਾ ਕਿ ਨਹੀਂ, ਤੇ ਉਹ ਤਸੱਲੀ ਨਹੀਂ ਹੋਣੀ। ਮੁਲਾਜ਼ਮ ਨੂੰ ਕੀ ਲੱਗੇ ਹੋਏ ਜਾਂ ਨਾ ਹੋਏ। ਯਾਨੀ ਕਿ ਆਪੀ ਕਰੀਏ ਤਾਂ 90% ਕਾਮਯਾਬ ਹੋਣ ਦੇ ਚਾਂਸਸ, ਇਨਸ਼ਾਅੱਲਾ। ਨਾ ਕਰੀਏ ਤਾਂ 90% ਨੁਕਸਾਨ ਹੋਣ ਦੇ ਚਾਂਸਸ। ਬਿਲਕੁਲ। ਅੱਛਾ ਥਣ ਦਾ ਤੁਸੀਂ ਦੱਸ ਰਹੇ ਹੋ, ਘੱਟ ਤੋਂ ਘੱਟ ਅਲਾਮਤ ਕੀ ਹੁੰਦੀ ਹੈ ਇਹਦੀ? ਥੋੜੀ ਤੋਂ ਛੋਟੀ ਅਲਾਮਤ ਕਿ ਥਣ ਖਰਾਬ ਹੋ ਰਿਹਾ? ਥਣ ਖਰਾਬ ਹੋ ਰਿਹਾ, ਦਰਦ ਮੰਨੇਗੀ ਸਭ ਤੋਂ ਪਹਿਲੇ। ਅੱਛਾ। ਡੰਗਰ ਜਾਂ ਲੱਤ ਵੀ ਚੁੱਕੇਗਾ, ਲੱਤ ਮਾਰੇਗਾ ਤੁਹਾਨੂੰ। ਠੀਕ ਹੈ। ਜੀ, ਔਰ ਅਗਰ ਕੋਈ ਫਿੰਸੀ ਫੋੜਾ ਕੋ ਨਿਕਲਿਆ ਹੋਇਆ ਉਹਨੂੰ, ਉਹ ਵੀ ਅਲਾਮਤ ਹੈ? ਉਹ ਵੀ ਪਤਾ ਲੱਗ ਜਾਂਦਾ, ਜਦੋਂ ਤੁਸੀਂ ਹੱਥ ਰੱਖਣਾ ਨਾ ਤਾਂ ਪਤਾ ਲੱਗ ਜਾਣਾ ਸਾਰਾ ਕੁਝ। ਸਹੀ ਹੈ।